8ਵੀਂ ਕਲਾਸ। ਅੱਜ ਅਸੀਂ ਪੰਜਾਬੀ ਵਿੱਚ 12ਵਾਂ ਪਾਠ ਪੜ੍ਹਾਂਗੇ। ਤੁਸੀਂ ਆਪਣੀ ਕਿਤਾਬ ਉਡਾਨ ਖੋਲ੍ਹ ਲਿਓ। ਇਹ ਤੁਹਾਡਾ पाठ 12 बाल वरे ਦਾ हीरो। बाल वरे मतलब छोटी आयु का हीरो। ऐसा व्यक्ति, ऐसा बच्चा जिसने छोटी आयु में ही बहुत बड़ा काम किया हो, उसे हम बाल वरे दा हीरो कह सकते हैं, है ना। चलिए आज हम ये पाठ पढ़ेंगे। आपके पाठ बहुत ही सुंदर हैं। इनके लेखक हैं संतोख सिंह धीर, है ना। यहाँ नाम लिखा हुआ ऊपर इनका। चलिए हम पढ़ते हैं। ਉਸ ਦੀ ਉਮਰ ਇਸ ਸਮੇਂ ਕੋਈ 8 ਕੁ ਵਰੇ ਦੀ ਹੋਵੇਗੀ। 8 ਕੁ वरे मतलब साल, वरे ਦੀ ਹੋਏਗੀ। उसकी आयु अभी 8 साल की थी। ਪਤਲਾ ਅਤੇ ਨਖਵਾਈਆ ਜਿਹਾ ਉਹ ਰੇਲ ਦੇ ਡੱਬੇ ਵਿੱਚ ਚੁਫਾਲ ਲੋਟਿਆ ਹੋਇਆ ਸੀ। ਉਸ ਦੀ ਉਮਰ ਅਸੀਂ ਕੋਈ 8 ਕੁ ਵਰੇ ਦੀ ਸੀ। ਪਤਲਾ ਅਤੇ ਨਕਵਾਈਆ ਜਿਹਾ ਉਹ ਰੇਲ ਦੇ ਡੱਬੇ ਵਿੱਚ ਚੁਫਾਲ ਲੋਟਿਆ ਹੋਇਆ ਸੀ। ਚੁਫਾਲ ਹੋਤਾ ਭਾਈ ਐਨ ਸ਼ਤੀਰ ਵਾਂਗ। क्या है शब्दार्थ इसके? उफनी उफनी उभरी हुई, लुस लुस करना, पिलपिला जिया होना, बेमलूमी मामूली ਜਿਹੀ, थरथोला कंबाणी ਜਿਹੀ, खामोश दुध चुप, घापा जख्म फट, आंद्रा नाड़ियाँ, ऑपरेशन चीर फाड़, सलाइस टुकड़े, नियामतां खुशियाँ चंगियाइयाँ, लाचड़ चामल जान, मच्छरना, जूम जूस रस, गलीस गंदा, पिंगलवाड़ा, अपाहिजां ਲਈ ਬਣੀਆਂ, आश्रम, अपाहिजां ਲਈ बना आश्रम, निवान नीवा, सबब नाल, अचानक कुदरती, देवनेत रब ਦੀ ਕਰਨੀ, रब ਦਾ ਭਾਣਾ, पुण्य करना, दान करना, मुफ्त काम करना, पहुँचाऊँगा। ਪਿਆਰੇ ਬੱਚੋ, ਅਸੀਂ ਪਾਠ ਪੜ੍ਹਨ ਤੋਂ ਪਹਿਲਾਂ ਇਹਨਾਂ ਦੇ ਸ਼ਬਦਾਰਥ ਪੜ੍ਹ ਲੈਂਦੇ ਹਾਂ, ਕਿਉਂਕਿ ਥੋੜ੍ਹੇ ਜਿਹੇ ਡਿਫੀਕਲਟ ਵਰਡਸ ਨੇ, ਉਹ ਤੁਹਾਨੂੰ ਫਿਰ ਲੈਸਨ ਸਮਝਣ ਵਿੱਚ ਮੁਸ਼ਕਿਲ ਆਏਗੀ। ਵਰੇ मतलब साल, चुफाल एंड ज़मीन स्टीर वांग। स्टीर मतलब जो लकड़ी का स्टीर होता है, छत में लगता है, वो बिल्कुल सीधा और तना हुआ होता है। बिल्कुल चुफाल का मतलब है स्टीर की तरह। उफनी उफनी उभरी हुई, लुस लुस करना, पिलपला जिया होना, बेमलूमी मामूली ਜਿਹੀ, थरथोला कंबनी ਜਿਹੀ, खामोश चुप, घापा जख्म फट, आंद्रा यानी नाड़ियाँ, आंद्रा मीन्स नाड़ियाँ, ऑपरेशन चीर फाड़, स्लाइस टुकड़े पीस, नियामतां खुशियाँ चंगियाइयाँ, लाचड़ चंबल जाना या मच्छरना, जैसे हम बोल देते हैं मस्तना ज़्यादा, जूस रस, गलीस गंदा ते भैड़ा, पिंगलवाड़ा अपाहिजां ਲਈ ਬਣਿਆ आश्रम, निवान नीवा, शबब नाल, अचानक कुदरती, देवनेत रब ਦੀ ਕਰਨੀ, रब ਦਾ भाना,
ਪੁੰਨ ਕਰਨਾ, ਦਾਨ ਕਰਨਾ, ਮੁਫਤ ਕੰਮ ਕਰਨਾ, ਪਹੁੰਚਾਊਂਗਾ, ਪਹੁੰਚਾਊਂਗਾ। ਇਹ ਤਾਂ ਸੀ ਸ਼ਬਦਾਰਥ। ਹੁਣ ਅਸੀਂ ਪਾਠ ਪੜ੍ਹਾਂਗੇ। ਉਸ ਦੀ ਉਮਰ ਇਸ ਸਮੇਂ 8 ਕੁ ਵਰ੍ਹੇ ਦੀ ਹੋਵੇਗੀ। ਪਤਲਾ ਅਤੇ ਨਕਵਾਈਆ ਜਿਹਾ ਉਹ ਰੇਲ ਦੇ ਡੱਬੇ ਵਿੱਚ ਚੁਫਾਲ ਲੋਟਿਆ ਹੋਇਆ ਸੀ। ਫਰਸ਼ ਤੇ ਪਿੱਠ ਪਰਨੇ ਉਸ ਦੀਆਂ ਲੱਤਾਂ ਆਪ ਮੁਹਾਰੀਆਂ ਦੂਰ ਤੱਕ ਫੈਲੀਆਂ ਹੋਈਆਂ ਸਨ ਤੇ ਇਸੇ ਤਰ੍ਹਾਂ ਹੀ ਬਾਹਾਂ ਵੀ, ਜਿਵੇਂ ਉਹ ਮਰਿਆ ਪਿਆ ਹੋਵੇ। मीन्स कि अपने हाथ पाँव पसार के वो रेल के डिब्बे में लेटा हुआ था। ਕੁਝ ਟੀਚਰਾਂ ਰੇਲ ਦੇ ਇਸ ਡੱਬੇ ਵਿੱਚ ਆ ਗਈਆਂ ਸਨ। ਉਹਨਾਂ ਨੂੰ ਉਸਨੂੰ ਵੇਖਿਆ। ਉਸ ਦੀ ਹਾਲਤ ਦੇਖ ਕੇ ਉਹ ਇੱਕਦਮ ਘਬਰਾ ਜਿਹੀਆਂ ਗਈਆਂ। ਹੈ, ਇਹ ਕੌਣ ਹੈ ਤੇ ਕਿਉਂ ਚੁਫਾਲ ਕਿਉਂ ਪਿਆ ਹੈ? ਵਿਚਾਰਾ ਕਿਵੇਂ ਪਿਆ ਹੈ? ਜਿਵੇਂ ਮਰਿਆ ਪਿਆ ਹੋਵੇ। ਦੇਖੋ ਤਾਂ ਜਿਉਂਦਾ ਵੀ ਹੈ। ਪਰ ਉਹ ਸਾਹ ਲੈ ਰਿਹਾ ਸੀ। ਉਸ ਦੀ ਛਾਤੀ ਹੌਲੀ ਹੌਲੀ ਹੇਠਾਂ ਉੱਤੇ ਹੋ ਰਹੀ ਸੀ। ਸ਼ੁਕਰ ਹੈ, ਸਾਹ ਤਾਂ ਹੈ। ਟੀਚਰਾਂ ਨੂੰ ਚੈਨ ਆਈ। ਉਸ ਦੇ ਪੇਟ ਖੱਬੇ ਵੱਲ ਇੱਕ ਰਬੜ ਜਿਹੀ ਬੰਨ੍ਹੀ ਹੋਈ ਸੀ ਜੋ ਉਫਨੀ ਦਿਸਦੀ ਸੀ, ਜਿਵੇਂ ਉਸ ਦੇ ਪੇਟ ਤੇ ਕੋਈ ਪੱਟੀ ਜਿਹੀ ਬੰਨ੍ਹੀ ਹੋਵੇ। ਰਬੜ ਦੀ ਉਹ ਉਫਨ ਜਿਹੀ ਲੁੱਸ ਕਰ ਰਹੀ ਸੀ। ਭੈਣ ਜੀ, ਇਹ ਸਵੇਰ ਤੋਂ ਇਵੇਂ ਹੀ ਲੋਟਿਆ ਹੋਇਆ ਹੈ ਇਸ ਡੱਬੇ ਵਿੱਚ, ਐਸੇ ਥਾਂ, ਇੱਕ ਮੁਸਾਫਿਰ ਬੋਲਿਆ। ਮੈਂ ਸਵੇਰੇ ਇਸੇ ਗੱਡੀ ਹੁਸ਼ਿਆਰਪੁਰ ਨੂੰ ਗਿਆ ਸੀ। ਇਸੇ ਤਰ੍ਹਾਂ ਇਹ ਡੱਬੇ ਵਿੱਚ ਹੁਸ਼ਿਆਰਪੁਰ ਨੂੰ ਚਲਿਆ ਗਿਆ। ਆਪਣਾ ਕੰਮ ਮੁਕਾ ਕੇ ਮੈਂ ਇਹੋ ਗੱਡੀ ਫੜ ਲਈ। ਕੁਦਰਤੀ ਮੈਂ ਇਸੇ ਡੱਬੇ ਵਿੱਚ ਹੀ ਆ ਬੈਠਿਆ। ਡੱਬੇ ਵਿੱਚ ਇਹ ਉਵੇਂ ਹੀ ਚੁਫਾਲ ਲੋਟਿਆ ਹੋਇਆ ਸੀ, ਜਿਵੇਂ ਇਹ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਗਿਆ ਸੀ। ਦੇਖੋ, ਇਹ ਵੀ ਮੁੰਡਾ ਏ, ਇੱਕ ਭੈਣ ਜੀ ਆਖਣ ਲੱਗੀ। ਪਰ ਇਹ ਆਖਿਰ ਹੈ ਕੌਣ? ਉਹ ਆਪਸ ਵਿੱਚ ਕਹਿ ਰਹੀਆਂ ਸਨ। ਪੁੱਛੋ ਤਾਂ ਸਹੀ, ਕੌਣ ਹੈ ਇਹ? ਇਹ ਇੱਥੇ ਕਿਉਂ ਪਿਆ ਹੈ? ਬਿਮਾਰ ਹੈ ਜਾਂ ਕੋਈ ਹੋਰ ਗੱਲ? ਇੱਕ ਭੈਣ ਜੀ ਤਰਸ ਖਾ ਕੇ ਉਸਨੂੰ ਪੁੱਛਣਾ ਚਾਹੁਣ ਲੱਗੀ। ਲਗਭਗ ਇੰਨੀ ਹੀ ਕੁ ਉਮਰ ਦਾ ਹੀ ਉਸਦਾ ਆਪਣਾ ਪੁੱਤਰ ਸੀ, ਜੋ ਕਲਪਨਾ ਵਿੱਚ ਪਲ ਹੀ ਪਲ ਲਈ ਉਸਦੀ ਥਾਂ ਆ ਗਿਆ ਸੀ। ਜੇ ਉਹ ਨੀਵੇਂ ਹੀ ਲੋਟਿਆ ਹੁੰਦਾ। ਇੱਕ ਟੀਚਰ ਸੀਟ ਉੱਤੇ ਉੱਠ ਕੇ ਉਸ ਦੇ ਲਾਗੇ ਗਈ। ਉਸਨੂੰ ਕੁਝ ਹਲੂਣਿਆਂ ਜੇ ਜਾਗਣ ਲਈ ਪ੍ਰੇਰਿਆ। ਉਸਨੇ ਬੜੀ ਹੀ ਬੇਮਾਲੂਮੀ ਹਲਕੀ ਜਿਹੀ ਅੱਖ ਉਘਾੜੀ। ਟੀਚਰਾਂ ਉਸਨੂੰ ਪੁੱਛਣ ਲੱਗੀਆਂ, ਲੜਕੇ ਤੂੰ ਕੌਣ ਹੈ ਬਈ? ਲੜਕਾ ਕੁਝ ਨਹੀਂ ਬੋਲਿਆ। ਕਿਉਂ ਬਈ, ਤੂੰ ਕੌਣ ਹੈ ਲੜਕੇ? ਕਿੱਥੇ ਦਾ ਰਹਿਣ ਵਾਲਾ ਏ? ਉਸਨੇ ਅੱਖ ਉਘਾੜੀ ਤੇ ਹੌਲੀ ਜਿਹੀ ਜਵਾਬ ਦਿੱਤਾ, लखनऊ का रहने वाला हूँ। लखनऊ का? हाँ। नाम क्या है तेरा? प्रवीण कुमार शर्मा। अच्छा, शर्मा नाम है ना? तो बहुत अच्छा है। माँ बाप कहाँ हैं तेरे? माँ बाप हाँ, माँ बाप नहीं हैं। क्यों, उनको क्या हुआ? रेल के नीचे कट गए थे। रेल के नीचे कट गए थे? ਸੁਣਦੇ ਹੀ ਸਾਰ ਟੀਚਰਾਂ ਨੂੰ ਜਿਵੇਂ ਥਰਥੋਲਾ ਚੜ ਗਿਆ। ਫਿਰ ਪੁੱਛਿਆ, ਹੋਰ ਕੋਈ ਰਿਸ਼ਤੇਦਾਰ नहीं? उसके बाद मैं मेरठ अपने मामा के पास चला गया। फिर मैं वहाँ से चला आया। क्यों, वहाँ से चला क्यों आया? मामा के मुंडे रखा नहीं,
मामा ने मुझे रखा नहीं, बोला यहाँ से चले जाओ। फिर मैं वहाँ से चला आया। आजकल कहाँ रहता है? आजकल इस तो अगे उसने कोई जवाब नहीं दिता। ऐसे ही बस गाड़ियों में, हाँ बस ऐसे ही। ਇਹ ਸੁਣ ਟੀਚਰਾਂ ਖਾਮੋਸ਼ ਜਿਹੀਆਂ ਹੋ ਗਈਆਂ ਸਨ। ਫਿਰ ਉਸਨੇ पेट ਵੱਲ इशारा करके बोलिया, यो पेट पर क्या बांधा है? जख्म है। जख्म? हाँ। जख्म कैसे हो गया, दिखाओ जरा। उसने ਉਹੀਓ ਹੀ ਉਫਨੀ ਉਫਨੀ ਰਬੜ ਜਿਹੀ ਨੂੰ ਪਾਸੇ ਕੀਤਾ। ਉਫ! ਹੇਠਾਂ ਲਾਲ ਰੰਗ ਦਾ ਘਾਪਾ ਖੁੱਲਿਆ ਹੋਇਆ ਪਿਆ ਸੀ, ਜੋ ਦੇਖਿਆ ਨਹੀਂ ਜਾਂਦਾ ਸੀ। ਜ਼ਖਮ ਵਿੱਚੋਂ ਆਂਦਰਾਂ ਦਾ ਗੁੱਛਾ ਜਿਹਾ ਦਿਸਦਾ ਸੀ। ਯੋ ਜ਼ਖਮ कैसे हो गया? मैं दिल्ली था। मेरे पेट में दर्द होने लग पड़ा। मैं अस्पताल चला गया। डॉक्टर बोला पेट का ऑपरेशन करना पड़ेगा, और ऑपरेशन कर दिया। फिर तू ऐसे क्यों आ गया? आराम होने से आना था। डॉक्टर बोला पैसे लाओ, नहीं तो यहाँ से चले जाओ। मेरे पास पैसे नहीं थे और मैं वहाँ से चला आया। ਟੀਚਰਾਂ ਹੈਰਾਨੀ ਨਾਲ ਇੱਕ ਦੂਜੀ ਵੱਲ ਤੱਕਣ ਲੱਗੀਆਂ। ਕੁਝ ਚਿਰ ਉਹ ਚੁੱਪ ਰਹੀਆਂ, ਫਿਰ ਬੋਲੀਆਂ, ਉਮਰੋਂ ਭੁੱਖ भी लगी होगी। तुम्हें भूख भी लगी होगी। हाँ, भूख तो लगी है। ਇੱਕ ਕੋਲ ਅਮਰੂਦ ਸਨ ਤੇ ਇੱਕ ਕੋਲ ਡਬਲ ਰੋਟੀ ਤੇ 2-3 ਸਲਾਈਸ ਸਨ। ਡਬਲ ਰੋਟੀ ਦੇ 2-3 ਸਲਾਈਸ ਸਨ। ਉਹ ਥੋੜ੍ਹਾ ਜਿਹਾ ਉੱਠਿਆ ਤੇ ਬੈਠਾ ਜਿਹਾ ਹੋ ਗਿਆ। ਉਹਨਾਂ ਨੇ ਅਮਰੂਦ ਅਤੇ ਸਲਾਈਸ ਉਸ ਨੂੰ ਖਾਣ ਲਈ ਦਿੱਤੇ। ਦੁਨੀਆ ਵਿੱਚ ਸਾਰੇ ਲੋਕੀ ਇੱਕੋ ਜਿਹੇ ਨਹੀਂ ਹੁੰਦੇ। ਜਿੱਥੇ ਕੁਝ ਲੋਕਾਂ ਵਿੱਚ ਇਨਸਾਨੀਅਤ ਤੇ ਦੁੱਖ ਦਰਦ ਦੀ ਕਾਫੀ ਮਾਤਰਾ ਹੁੰਦੀ ਹੈ, ਉੱਥੇ ਕੁਝ ਅਜਿਹੇ ਵੀ ਸਨ ਜੋ ਇਹੋ ਜਿਹੀਆਂ ਨਿਆਮਤਾਂ ਤੋਂ ਉੱਕਾ ਕੋਰੇ ਹੁੰਦੇ ਹਨ। ਡੱਬੇ ਵਿੱਚ ਵੀ ਇਸ ਕਿਸਮ ਦੇ ਕੁਝ ਕੁ ਲੋਕੀ ਬੈਠੇ ਸਨ, ਜੋ ਉਸ ਗਰੀਬ ਮੁੰਡੇ ਨੂੰ ਤੇ ਟੀਚਰਾਂ ਨੂੰ ਔਰਤਾਂ ਕਰਕੇ ਦੇਖ ਕੇ ਲਾਚੜ ਗਏ ਸਨ। ਉਹਨਾਂ ਵਿੱਚੋਂ ਇੱਕ ਬੋਲਿਆ, ਜੂਸ ਪਿਲਾਓ, ਜੂਸ ਇਹਨੂੰ, ਵਧੀਆ ਜਿਹਾ ਐਪਲ ਜੂਸ। ਸੈਂਡਵਿਚਾਂ ਦਿਓ ਇਹਨੂੰ, ਆਂਡਿਆਂ ਦੀਆਂ ਭਰੀਆਂ ਵਾਲੀਆਂ। ਹੀ 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 ਹੀ। ਉਹ ਮੀਨਸ ਉਹਨਾਂ ਦਾ, ਟੀਚਰਾਂ ਦਾ ਤੇ ਉਸ ਮੁੰਡੇ ਦਾ ਮਜ਼ਾਕ ਉਡਾ ਰਹੇ ਸਨ। ਗੰਦਾ ਅਤੇ ਗਲੀਜ਼ ਹਾਸਾ ਚਿੱਕੜ ਵਾਂਗੂ ਉੱਡਣ ਲੱਗਿਆ, ਜਿਵੇਂ ਜੂਸ ਦਾ ਸੈਂਡਵਿਚਾਂ ਉਸਦਾ ਹੱਕ ਹੀ ਨਹੀਂ ਹੁੰਦਾ। ਇਸ ਗਲੀਜ਼ ਹਾਸੇ ਕੋਲੋਂ ਟੀਚਰਾਂ ਨੇ ਆਪਣੇ ਆਪ ਨੂੰ ਬਿਲਕੁਲ ਪਾਕ ਤੇ ਸਾਫ਼ ਰੱਖਿਆ, ਜਿਵੇਂ ਉਹਨਾਂ ਨੂੰ ਕਿਸੇ ਕੁੱਤੇ ਦੇ ਭੌਂਕ ਸੁਣੀ ਹੀ ਨਹੀਂ। ਟੀਚਰਾਂ ਨੇ ਅਗਲੇ ਪਲ ਹੀ ਇਸ ਨਿਵਾਨ ਤੇ ਹਮਲੇ ਜਿਹੇ ਨੂੰ ਅੱਖ ਪਰੋਖਿਆ ਕੀਤਾ ਤੇ ਉਸ ਮੁੰਡੇ ਨੂੰ ਫੇਰ ਪੁੱਛਿਆ, ਅਬ ਤੂੰ ਕਹਾਂ ਜਾਏਗਾ? ਜਾਨਾ ਕਹਾਂ ਹੈ, ਐਸੇ ਹੀ ਗਾੜੀ ਮੇਂ ਹੀ ਰਹੇਗਾ। ਮੁੰਡਾ ਹੁਣ ਖਾਮੋਸ਼ ਰਿਹਾ। ਉਹਨਾਂ ਨੇ ਅੱਗੇ ਪੁੱਛ ਕੀਤੀ, ਖਾਨਾ ਕਹਾਂ ਸੇ ਖਾਤਾ ਹੈ? क्या मांग कर खाता है? नहीं, मैं मांग कर नहीं खाता। तो फिर कैसे खाता है? अपने आप कोई दे दे तो, जैसे हमने दिया है। हाँ, जैसे आपने दिया। ਜਲੰਧਰ ਸ਼ਹਿਰ ਆ ਗਿਆ ਸੀ। ਇੱਥੇ ਗੱਡੀ ਖਤਮ ਸੀ ਤੇ ਟੀਚਰਾਂ ਨੇ ਲੈਣਾ ਸੀ, ਮੀਨਸ ਉਤਰਨਾ ਸੀ। ਇਹ ਟੀਚਰਾਂ ਇੱਥੋਂ ਰੋਜ਼ ਬੋਲੀਨੇ ਜਾਂਦੀਆਂ ਹੁੰਦੀਆਂ ਸਨ। ਉੱਥੋਂ ਅੱਗੇ ਨੇੜੇ ਤੇੜੇ ਪਿੰਡਾਂ ਵਿੱਚ ਸਕੂਲ ਸਨ। ਛੁੱਟੀ ਵੇਲੇ ਫੇਰ ਉਹ ਬੋਲੀਨੋਂ ਅੱਪੜ ਜਾਂਦੀਆਂ।
ਅੱਜ ਉਹ ਬਲੀਨੋ ਤੋਂ ਹੀ ਇਸ ਡੱਬੇ ਵਿੱਚ ਚੜ੍ਹੀਆਂ ਸਨ। ਕਦੇ ਕਦੇ ਉਹ ਰੇਲ ਦੀ ਥਾਂ ਬੱਸ ਰਾਹੀਆਂ ਵੀ ਜਾਂਦੀਆਂ, ਜੋ ਵੀ ਜਦ ਵੀ ਠੀਕ ਰਹਿੰਦਾ। ਦੇਵ ਨੇਤ ਦੀਆਂ ਗੱਲਾਂ ਹਨ। ਸ਼ਾਇਦ ਇਸ ਵਿੱਚ ਪਿਛਲੇ ਜਨਮ ਦਾ ਲੈਣਾ ਦੇਣਾ ਵੀ ਸ਼ਾਮਲ ਹੋਵੇ। ਸਬਬ ਨਾਲ ਇਹ ਟੀਚਰਾਂ ਇਸ ਡੱਬੇ ਵਿੱਚ ਬੈਠ ਗਈਆਂ। ਗੱਡੀ ਵਿੱਚ ਲੱਤਾਂ ਅਤੇ ਬਾਹਾਂ ਨੂੰ ਪਸਾਰੀ ਪਏ ਮੁੰਡੇ ਵੱਲ ਨਜ਼ਰ ਗਈ। ਹੈ ਇਹ ਮੁੰਡਾ ਕਿਵੇਂ ਪਿਆ ਹੈ? ਫਿਰ ਇੱਕ ਨੂੰ ਉਸਦੇ ਹਾਨ ਦਾ ਆਪਣਾ ਪੁੱਤਰ ਯਾਦ ਆਇਆ, ਤੇ ਇਹ ਤਾਂ ਉਹਦੇ ਵਰਗਾ ਹੈ। ਜੇ ਉਹ ਇਵੇਂ ਹੀ ਲੋਟਿਆ ਹੁੰਦਾ। ਗੱਡੀ ਖਾਲੀ ਹੋ ਚੁੱਕੀ ਸੀ, ਪਰ ਇਹ ਟੀਚਰਾਂ ਅਜੇ ਇੱਥੇ ਹੀ ਬੈਨਨ ਜੀਏ ਵਿੱਚ ਬੱਝੀਆਂ ਹੋਈਆਂ ਸੋਚ ਵਿਚਾਰ ਕਰ ਰਹੀਆਂ ਸਨ। ਉਸਨੂੰ ਇਵੇਂ ਹੀ ਛੱਡ ਕੇ ਜਾਣਾ ਉਹਨਾਂ ਨੂੰ ਮੁਸ਼ਕਲ ਜਾਪਦਾ। ਕਾਕਾ, ਹੁਣ ਤੂੰ ਕਿੱਥੇ ਜਾਏਗਾ? ਮੈਨੇ ਕਹਾਂ ਜਾਨਾ ਹੈ ਜੀ। तेरा तो जख्म खराब है बहुत। हाँ वो तो है जी। ऐ कर काका, तू पिंगलवाड़े चलिया जा। इत्थे पिंगलवाड़ा ਏ, नाले तैनू रोटी मिलू, नाले तेरा इलाज हो जू, ठीक है? ਠੀਕ ਹੈ ਜੀ, ਚੱਲ ਬਾਹਰ, ਅਸੀਂ ਤੈਨੂੰ ਰਿਕਸ਼ਾ ਤੋਂ ਭੇਜ ਦਿੰਦੀਆਂ ਹਾਂ, ਉੱਥੇ ਤੂੰ ਠੀਕ ਰਹੇਂਗਾ। ਅਤੇ ਉਹ ਬਾਹਰ ਪਹੁੰਚ ਗਏ। ਉਹਨਾਂ ਦੇ ਬਾਹਰ ਆਉਣ ਨਾਲ ਇੱਕ ਦੋ ਰਿਕਸ਼ਾ ਵਾਲਾ ਉਹਨਾਂ ਦੇ ਇੱਧਰ ਉੱਧਰ ਆ ਖਲੋਂਦੇ। ਟੀਚਰਾਂ ਨੇ ਇੱਕ ਜਵਾਨ ਰਿਕਸ਼ੇ ਵਾਲੇ ਨੂੰ ਆਖਿਆ, ਭਾਈ, ਇਹ ਮੁੰਡਾ ਏ, ਇਹਦੇ ਢਿੱਡ 'ਤੇ ਜ਼ਖਮ ਏ, ਵਿਚਾਰਾ ਬਹੁਤ ਗਰੀਬ ਏ, ਇਹਦਾ ਕੋਈ ਵੀ ਨਹੀਂ ਏ, ਪਿੰਗਲਵਾੜੇ ਛੱਡਣਾ ਹੈ, ਪੁੰਨ ਦਾ ਹੀ ਕੰਮ ਏ, ਸਮਝ। ਪੁੰਨ ਨੂੰ ਛੱਡ ਭੈਣ ਜੀ, ਮੈਂ ਤਾਂ ਪੈਸੇ ਲਊਂਗਾ, ਪੁੰਨ ਨਹੀਂ ਹੁੰਦਾ ਮੈਥੋਂ। ਅਸੀਂ ਤੈਨੂੰ ਮੁਫ਼ਤ ਦਾ ਲਿਜਾਣ ਨੂੰ ਨਹੀਂ ਆਖਿਆ, ਪੈਸੇ ਅਸੀਂ ਦਿਆਂਗੀ। ਪੁੰਨ ਦੀ ਗੱਲ ਤੈਨੂੰ ਅਸੀਂ ਇਸ ਲਈ ਕਹਿੰਦੀਆਂ ਹਾਂ ਭਈ ਤਾਂ ਜੋ ਤੂੰ ਪੁਜਾ ਦੇਵੇਂ, ਕਿਉਂਕਿ ਇਹ ਨਿਆਣਾ ਏ। ਤਰਸ ਵਾਲਿਓ ਗੱਲ ਏ ਜਿਵੇਂ। ਪੁਜਾ ਜ਼ਰੂਰ ਦਿਆਂਗਾ ਮੈਂ, ਇਹਦਾ ਤੁਸੀਂ ਫਿਕਰ ਨਾ ਕਰਿਓ। ਕਿੰਨੇ ਪੈਸੇ ਲਵੇਗਾ? ਆਮ ਤਾਂ ਅਸੀਂ 3 ਰੁਪਏ ਲੈਂਦੇ ਹਾਂ ਇੱਥੋਂ ਬੀਬੀ ਜੀ, ਤੁਸੀਂ ਘੱਟ ਦੇ ਦਿਓ। ਭਾਈ, ਇਹ ਤਾਂ ਦੁਖੀਆ ਏ, ਭਾਰ ਵੀ ਇਹਦਾ ਹੀ ਕੀ ਏ, ਨਾਲੇ ਭਾਰ ਵਾਲੀ ਨਹੀਂ ਗੱਲ ਬੀਬੀ ਜੀ, ਜਾਣਾ ਨਾ ਓਨਿਓ ਦੂਰ ਹੈ। ਭਾਈ 2 ਰੁਪਏ ਲੈ ਲੈ, ਚਲੋ 2.5 ਦੇ ਦਿਓ। ਭਾਈ, ਇਹ ਤਾਂ ਅਸੀਂ ਦੇਣੇ ਨੇ, 2 ਤਾਂ ਘੱਟ ਨੇ ਬੀਬੀ ਜੀ। ਭਾਈ, ਕੁਝ ਥੋੜ੍ਹਾ ਬਹੁਤਾ ਤੂੰ ਆਪਣਾ ਪੁੰਨ ਸਮਝ, ਚਲੋ 2.25 ਦੇ ਦਿਓ। ਟੀਚਰਾਂ 3 ਜਾਣੀਆਂ ਸਨ, ਕਿਸੇ ਘੱਟ ਕਿਸੇ ਵੱਧ। ਉਹਨਾਂ 2.25 ਰੁਪਏ ਰਿਕਸ਼ੇ ਵਾਲੇ ਨੂੰ ਦਿੰਦੇ ਕਿਹਾ, ਭਾਈ, ਇਹਨੂੰ ਪੁਜਾ ਦਿਓ, ਦੇਖੀ ਕਿਤੇ ਰਸਤੇ ਵਿੱਚ ਇਹਨੂੰ ਨਾ ਉਤਾਰ ਦੇਵੇ। ਸਾਡੇ ਕੋਲ ਇੰਨੇ ਹੀ ਪੈਸੇ ਸਨ, ਨਹੀਂ ਤਾਂ ਹੋਰ ਦੇਂਦੀਆਂ। ਨਹੀਂ ਬੀਬੀ ਜੀ, ਫਿਕਰ ਨਾ ਕਰੋ, ਰਸਤੇ ਵਿੱਚ ਨਹੀਂ ਲਾਉਂਦਾ ਮੈਂ, ਐਨ ਸਿਰੇ ਪਹੁੰਚਾਊਂਗਾ। ਉਸ ਨੇ ਰਿਕਸ਼ਾ ਤੋਰਿਆ। ਅਗਲੇ ਦਿਨ ਟੀਚਰਾਂ ਨੇ ਉਸ ਮੁੰਡੇ ਬਾਰੇ ਪਤਾ ਕੀਤਾ। ਪਤਾ ਲੱਗਾ ਪਿੰਗਲਵਾੜੇ ਮੁੰਡਾ ਪਹੁੰਚਿਆ ਨਹੀਂ ਸੀ। ਕਿੱਥੇ ਸੀ, ਇਸ ਸੰਬੰਧੀ ਕਿਸੇ ਨੂੰ ਪਤਾ ਨਹੀਂ ਸੀ। ਇਹ ਸੀ ਤੁਹਾਡੀ ਕਹਾਣੀ ਵਾਂਗ ਪਾਠ ਵੀ ਕਿਸ ਤਰ੍ਹਾਂ ਸਾਨੂੰ ਮਜਬੂਰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਤੇ ਉਹ 8 ਕੁ ਵਰ੍ਹੇ ਦਾ ਸੀ, ਫਿਰ ਵੀ ਉਹ ਹਿੰਮਤ ਨਾਲ ਉੱਥੇ ਟ੍ਰੇਨ ਵਿੱਚ ਆਉਂਦਾ ਜਾਂਦਾ ਸੀ। ਉਹਨੇ ਆਪਣਾ ਹੌਸਲਾ ਨਹੀਂ ਡਿਗਾਇਆ ਸੀ।
ਤੇ ਇਹ ਪਾਠ ਮੈਂ ਅਸੀਂ ਪੜ੍ਹ ਲਿਆ। ਤੁਸੀਂ ਵੀ ਮੇਰੇ ਨਾਲ ਪੜ੍ਹੋਗੇ ਇਹਨੂੰ। ਕੋਈ ਔਖੇ ਵਰਡ ਮੈਂ ਪੜ੍ਹ ਚੁੱਕੀ ਹਾਂ, ਤੁਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਜਿਹੜੇ ਨਵੇਂ ਸ਼ਬਦ ਹੈ ਉਹਨਾਂ ਨੂੰ ਯਾਦ ਕਰੋ, ਸਮਝੋ, ਉਹ ਤੁਹਾਡੇ ਅੱਗੇ ਕੰਮ ਆਉਣਗੇ।